ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣੇ YouTube ਚੈਨਲ ਉੱਤੇ ਸਵਾਗਤ ਹੈ। ਆਸ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਮਿੱਤਰੋ, ਅੱਜ ਅਸੀਂ ਜਿਸ ਗਦਰੀ ਯੋਧ ਦੇ ਜੀਵਨ ਬਾਰੇ ਜਾਣਨ ਜਾ ਰਹੇ ਹਾਂ, ਉਹਨਾਂ ਦਾ ਨਾਮ ਗਦਰੀ ਜਥੇਦਾਰ ਪ੍ਰਤਾਪ ਸਿੰਘ ਕੋਟ ਫਤੂਹੀ ਹੈ। ਇਹਨਾਂ ਦਾ ਜਨਮ 1870 ਈਸਵੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟ ਫਤੂਹੀ ਵਿਖੇ ਹੋਇਆ। ਇਸ ਪਿੰਡ ਨੇ 2 ਦਰਜਨ ਦੇ ਕਰੀਬ ਸੁਤੰਤਰਤਾ ਸੰਗਰਾਮੀ ਪੈਦਾ ਕੀਤੇ ਜੋ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਅੱਗੇ ਹੋ ਕੇ ਲੜੇ। ਇਹਨਾਂ ਦੇ ਪਿਤਾ 1890 ਈਸਵੀ ਵਿੱਚ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਪਿਤਾ ਦੇ ਜਾਣ ਤੋਂ ਬਾਅਦ ਖੇਤੀਬਾੜੀ ਦਾ ਕੰਮ ਭਾਈ ਪ੍ਰਤਾਪ ਸਿੰਘ ਨੇ ਸੰਭਾਲਿਆ, ਪਰ ਉਹਨਾਂ ਸਮਿਆਂ ਵਿੱਚ ਖੇਤੀਬਾੜੀ ਦੀ ਆਮਦਨ ਨਾਲ ਘਰ ਦੀ ਆਈ ਚਲਾਈ ਵੀ ਚੰਗੀ ਤਰ੍ਹਾਂ ਨਾਲ ਨਹੀਂ ਚੱਲਦੀ ਸੀ। ਫਿਰ ਇਹਨਾਂ ਨੇ ਆਪਣੇ ਇਲਾਕੇ ਪਿੰਡਾਂ ਦੇ ਦੂਜੇ ਮੁੰਡਿਆਂ ਵਾਂਗ ਕੈਨੇਡਾ ਜਾਣ ਦੀ ਤਿਆਰੀ ਕਰ ਲਈ ਅਤੇ 1907 ਵਿੱਚ ਜੁਲਾਈ ਦੇ ਅੱਧ ਵਿੱਚ ਕਲਕੱਤਿਓਂ ਜਹਾਜ਼ ਫੜ ਕੇ ਹਾਂਗਕਾਂਗ ਪਹੁੰਚੇ ਅਤੇ ਇੱਥੇ ਕੁਝ ਸਮਾਂ ਇਹਨਾਂ ਨੂੰ ਰੁਕਣਾ ਪਿਆ ਅਤੇ ਫਿਰ ਅਕਤੂਬਰ ਦੇ ਦੂਜੇ ਹਫ਼ਤੇ ਹਾਂਗਕਾਂਗ ਤੋਂ ਜਹਾਜ਼ ਫੜ ਕੇ ਅਕਤੂਬਰ ਦੇ ਅੰਤ ਵਿੱਚ ਕੈਨੇਡਾ ਦੇ ਵੈਨਕੂਵਰ ਪਹੁੰਚ ਗਏ। ਇੱਥੇ ਭਾਈ ਪ੍ਰਤਾਪ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਲੱਕੜ ਮਿੱਲ ਵਿੱਚ ਨੌਕਰੀ ਮਿਲ ਗਈ। ਥੋੜ੍ਹੇ ਸਮੇਂ ਬਾਅਦ ਇਹਨਾਂ ਨੂੰ ਵਿਕਟੋਰੀਆ ਦੀ ਇੱਕ ਲੱਕੜ ਮਿੱਲ ਵਿੱਚ ਨੌਕਰੀ ਮਿਲੀ ਅਤੇ ਇੱਥੋਂ ਦਾ ਮਾਲਕ ਮਿਸਟਰ ਲੀ ਵੀ ਬਹੁਤ ਭਲਾ ਇਨਸਾਨ ਸੀ। ਇੱਥੇ ਕੰਮ ਕਰਦਿਆਂ ਭਾਈ ਪ੍ਰਤਾਪ ਸਿੰਘ ਨੇ ਥੋੜ੍ਹੀ ਅੰਗਰੇਜ਼ੀ ਭਾਸ਼ਾ ਸਿੱਖ ਲਈ ਸੀ। ਭਾਈ ਪ੍ਰਤਾਪ ਸਿੰਘ ਆਪਣੇ ਸਾਥੀਆਂ ਸਮੇਤ ਵੈਨਕੂਵਰ ਵਾਪਸ ਆ ਕੇ ਇੱਥੇ ਹੀ ਕੰਮ ਕਰਨ ਲੱਗੇ। ਇੱਥੇ ਵੈਨਕੂਵਰ ਵਿੱਚ ਰਹਿੰਦਿਆਂ ਪਿੰਡ ਬੱਠਲਾਂ ਦੇ ਹਾਕਮ ਸਿੰਘ ਅਤੇ ਭਾਈ ਬਲਵੰਤ ਸਿੰਘ ਖੁਰਦਪੁਰ ਨਾਲ ਇਹਨਾਂ ਦੀ ਨੇੜਤਾ ਹੋ ਗਈ। ਇਹਨਾਂ ਦੀ ਪ੍ਰੇਰਣਾ ਸਦਕਾ ਭਾਈ ਪ੍ਰਤਾਪ ਸਿੰਘ ਨੇ ਅੰਮ੍ਰਿਤ ਛਕ ਲਿਆ। ਵੈਨਕੂਵਰ ਦੇ ਗੁਰਦੁਆਰੇ ਵਿੱਚ ਗਲੀਚਿਆਂ ਦੀ ਸੇਵਾ ਕਰਵਾਈ। ਫਿਰ ਗੁਰਦੁਆਰੇ ਵਿੱਚ ਢੋਲਕੀ ਅਤੇ ਛੈਣਿਆਂ ਨਾਲ ਸ਼ਬਦ ਕੀਰਤਨ ਕਰਨ ਲੱਗੇ। ਧਾਰਮਿਕ ਸ਼ਰਧਾ ਦੇ ਨਾਲ ਦੇਸ਼ ਭਗਤੀ ਵੀ ਆਪਣੇ ਆਪ ਹੀ ਜਾਗ ਪਈ। ਵੈਨਕੂਵਰ ਵਿੱਚ ਇਹਨਾਂ ਨੇ ਆਪਣੇ ਪਿੰਡ ਦੇ ਹਰਦਿੱਤ ਸਿੰਘ ਕੋਟ ਫਤੂਹੀ ਨਾਲ ਰਲ ਕੇ ਰੀਅਲ ਅਸਟੇਟ ਵਿੱਚ ਪੈਸਾ ਲਗਾਇਆ। ਰੀਅਲ ਅਸਟੇਟ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਲੱਗੀਆਂ। ਇਸ ਤਰ੍ਹਾਂ ਇਹਨਾਂ ਨੇ ਵੈਨਕੂਵਰ ਵਿੱਚ ਕਾਫੀ ਧਨ ਕਮਾਇਆ। ਆਪਦੇ ਇੱਥੇ ਕੰਮ ਕਰਦਿਆਂ ਹੀ 21 ਜਨਵਰੀ 1912 ਨੂੰ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਭਾਗ ਸਿੰਘ ਭੀਖੀਵਿੰਡ ਆਪਣਾ ਪਰਿਵਾਰ ਵੀ ਨਾਲ ਲੈ ਆਏ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਭਾਗ ਸਿੰਘ ਨੂੰ ਕੈਨੇਡਾ ਉਤਰਨ ਦੀ ਇਜਾਜ਼ਤ ਤਾਂ ਦੇ ਦਿੱਤੀ, ਪਰ ਉਹਨਾਂ ਦੀਆਂ ਪਤਨੀਆਂ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ। ਫਿਰ ਭਾਈ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਛੁਡਾਉਣ ਲਈ $100 ਦਾ ਬੌਂਡ ਭਰਿਆ। ਇੱਥੇ ਕੈਨੇਡਾ ਰਹਿੰਦਿਆਂ ਹੀ ਭਾਈ ਪ੍ਰਤਾਪ ਸਿੰਘ ਸਿਆਸੀ ਤੌਰ 'ਤੇ ਜਾਗਰੂਕ ਹੋਏ। ਇਹਨਾਂ ਨੂੰ ਹਿੰਦੁਸਤਾਨ ਦੀ ਗੁਲਾਮੀ ਦਾ ਅਹਿਸਾਸ ਹੋਇਆ। ਇਹਨਾਂ ਨੂੰ ਇਸ ਗੱਲ ਦੀ ਵੀ ਸਮਝ ਆ ਗਈ ਕਿ ਥੋੜ੍ਹੇ ਜਿੰਨੇ ਗੋਰਿਆਂ ਵੱਲੋਂ 33 ਕਰੋੜ ਹਿੰਦੁਸਤਾਨੀਆਂ ਨੂੰ ਗੁਲਾਮ ਬਣਾ ਕੇ ਰੱਖਣ ਦਾ ਮੁੱਖ ਕਾਰਨ ਉਹਨਾਂ ਦੀ ਅਗਿਆਨਤਾ ਹੀ ਸੀ। ਫਿਰ ਭਾਈ ਪ੍ਰਤਾਪ ਸਿੰਘ ਨੇ ਦਲੀਪ ਸਿੰਘ ਫਾਹਲੇ ਵਰਗੇ ਸਾਥੀਆਂ ਨਾਲ ਰਲ ਕੇ ਵਿਉਂਤ ਬਣਾਈ ਕਿ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕਰਨ ਲਈ ਅਤੇ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਦੇ ਰਾਹ ਪਾਉਣ ਲਈ ਪੰਜਾਬ ਵਿੱਚ ਵੱਧ ਤੋਂ ਵੱਧ ਸਕੂਲ ਖੋਲ੍ਹੇ ਜਾਣੇ ਚਾਹੀਦੇ ਹਨ ਅਤੇ ਕੁੜੀਆਂ ਦੀ ਪੜ੍ਹਾਈ ਨੂੰ ਹੋਰ ਵੀ ਜ਼ਿਆਦਾ ਮਹੱਤਤਾ ਦੇਣੀ ਚਾਹੀਦੀ ਹੈ। ਇਸ ਲਈ ਭਾਈ ਪ੍ਰਤਾਪ ਸਿੰਘ ਦਸੰਬਰ 1913 ਨੂੰ ਵੈਨਕੂਵਰ ਤੋਂ ਹਿੰਦੁਸਤਾਨ ਲਈ ਰਵਾਨਾ ਹੋਏ। ਜਹਾਜ਼ ਸਿੰਗਾਪੁਰ ਪਹੁੰਚ ਗਿਆ ਤਾਂ ਇੱਥੇ ਜਹਾਜ਼ ਨੇ 3 ਦਿਨ ਰੁਕਣਾ ਸੀ। ਭਾਈ ਪ੍ਰਤਾਪ ਸਿੰਘ ਸ਼ਹਿਰ ਜਾ ਕੇ ਤੋਹਫਿਆਂ ਵਜੋਂ ਬੈਂਤ ਦੇ ਖੂੰਡੇ ਖਰੀਦ ਲਿਆਏ। ਇਹਨਾਂ ਦੇ ਜਹਾਜ਼ ਵਿੱਚ ਕੁਝ ਪੰਜਾਬੀ ਮੁਸਾਫਿਰ ਸ਼ਰਾਬ ਪੀ ਕੇ ਖੱਪ ਪਾ ਰਹੇ ਸਨ ਅਤੇ ਜਹਾਜ਼ ਦੇ ਅਮਲੇ ਅਤੇ ਕਪਤਾਨ ਨੂੰ ਬੁਰਾ ਭਲਾ ਆਖ ਕੇ ਬੇਇੱਜ਼ਤੀ ਕਰ ਰਹੇ ਸਨ। ਕਪਤਾਨ ਨੇ ਇਸ ਦੀ ਰਿਪੋਰਟ ਪੁਲਿਸ ਨੂੰ ਕਰ ਦਿੱਤੀ। ਪੁਲਿਸ ਦਾ ਅਫਸਰ ਜਦੋਂ ਜਹਾਜ਼ ਵਿੱਚ ਆਇਆ ਤਾਂ ਉਹ ਸ਼ਰਾਬ ਪੀਣ ਵਾਲੇ ਸਾਰੇ ਮੁਸਾਫਰ ਸ਼ਹਿਰ ਘੁੰਮਣ ਚਲੇ ਗਏ ਸਨ। ਗੋਰੇ ਅਫਸਰ ਨੇ ਬਿਨਾਂ ਕੁਝ ਪੁੱਛੇ ਬੇਕਸੂਰਾਂ ਨੂੰ ਬੈਂਤ ਨਾਲ ਮਾਰਨ ਲੱਗਾ। ਜਦੋਂ ਬੈਂਤ ਕਾਜੀਆਂ ਵਾਲੇ ਉਜਾਗਰ ਸਿੰਘ ਦੇ ਮਾਰਨ ਲੱਗਾ ਤਾਂ ਜਥੇਦਾਰ ਪ੍ਰਤਾਪ ਸਿੰਘ ਨੇ ਦੂਰੋਂ ਲਲਕਾਰਾ ਮਾਰਿਆ ਕਿ ਜਾਗਰ ਸਿਆਂ ਸਾਹਿਬ ਹੁਣ ਸੁੱਕਾ ਨਾ ਜਾਵੇ। ਉਜਾਗਰ ਸਿੰਘ ਨੇ ਜੱਫਾ ਭਰ ਕੇ ਸਾਹਿਬ ਥੱਲੇ ਸੁੱਟ ਲਿਆ ਅਤੇ ਉਸ ਦੀ ਭੁਗਤ ਸਵਾਰਨ ਲੱਗਾ। ਉਜਾਗਰ ਸਿੰਘ ਨੇ ਮਾਰ ਘਸੁੰਨ ਉਸ ਅਫਸਰ ਦਾ ਮੂੰਹ ਭੰਨ ਦਿੱਤਾ। ਸਾਹਿਬ ਨੇ ਖਤਰੇ ਦੀ ਸੀਟੀ ਵਜਾਈ ਤਾਂ ਹੇਠੋਂ ਸੀਟੀ ਸੁਣ ਕੇ ਪੁਲਸੀਏ ਉੱਪਰ ਜਹਾਜ਼ ਵਿੱਚ ਭੱਜੇ ਆਏ। ਜਦੋਂ ਉਹ ਭੀੜੀਆਂ ਪੌੜੀਆਂ ਚੜ੍ਹਨ ਲੱਗੇ ਤਾਂ ਉੱਪਰੋਂ ਭਾਈ ਪ੍ਰਤਾਪ ਸਿੰਘ ਨੇ ਖੂੰਡਿਆਂ ਦਾ ਮੀਂਹ ਵਰ੍ਹਾ ਦਿੱਤਾ। ਖੂੰਡਿਆਂ ਨਾਲ ਉਹ ਬੇਹੋਸ਼ ਹੋ ਗਏ। ਭਾਈ ਪ੍ਰਤਾਪ ਸਿੰਘ ਨੇ ਕਿਹਾ ਕਿ ਅਸਲ ਖਾਲਸੇ ਨਾਲ ਵਾਹ ਹੀ ਅੱਜ ਪਿਆ ਹੈ। ਇਹ ਪੁਲਸੀਏ ਤਾਂ ਹਮਾਂ ਤੁਮਾਂ ਨੂੰ ਹੈਤ ਹੂਤ ਕਰਕੇ ਹੀ ਸ਼ੇਰ ਬਣੇ ਹੋਏ ਸੀ। ਦੋਸਤੋ, ਇਸੇ ਤਰ੍ਹਾਂ ਦੀ ਇੱਕ ਹੋਰ ਦਿਲਚਸਪ ਘਟਨਾ ਘਟੀ ਜਦੋਂ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਦੀ ਸਰਕਾਰ ਨੇ ਉਸ ਦੇ ਮੁਸਾਫਿਰਾਂ ਨੂੰ ਕੈਨੇਡਾ ਵਿੱਚ ਉਤਰਨ 'ਤੇ ਰੋਕ ਲਗਾ ਦਿੱਤੀ ਅਤੇ ਸਟੈਨਲੇ ਪਾਰਕ ਤੋਂ ਮੀਲ ਦੀ ਦੂਰੀ 'ਤੇ ਪੁਲਿਸ ਦੇ ਹਥਿਆਰਬੰਦ ਪਹਿਰੇ ਅਧੀਨ ਸਮੁੰਦਰ ਵਿੱਚ ਹੀ ਖੜ੍ਹਾ ਕਰ ਦਿੱਤਾ ਗਿਆ। ਨਸਲਵਾਦੀ ਅਖਬਾਰ ਅਤੇ ਕੈਨੇਡਾ ਦੇ ਨਸਲਵਾਦੀ ਸਿਆਸਤਦਾਨ ਹਿੰਦੁਸਤਾਨੀਆਂ ਪ੍ਰਤੀ ਜ਼ਹਿਰ ਉਗਲ ਰਹੇ ਸਨ।
ਅੰਗਰੇਜ਼ਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਵੈਨਕੂਵਰ ਦੇ ਐਸਪੀ ਐਚ ਸਟੀਵਨਜ਼ ਨੇ ਡੋਮੀਨੀਅਨ ਹਾਲ ਵਿੱਚ ਗੋਰਿਆਂ ਦੀ ਮੀਟਿੰਗ ਸੱਦੀ ਹੋਈ ਸੀ, ਜਿਸ ਵਿੱਚ ਉਹ ਹਿੰਦੁਸਤਾਨੀਆਂ ਪ੍ਰਤੀ ਨਸਲਵਾਦ ਦੀ ਜ਼ਹਿਰ ਉਗਲ ਰਹੇ ਸਨ। ਹਾਲ ਵਿੱਚ 1000 ਤੋਂ ਉੱਤੇ ਗੋਰੇ ਬੈਠੇ ਹੋਏ ਸੀ ਅਤੇ ਜਗ੍ਹਾ ਘੱਟ ਜਾਣ ਕਾਰਨ ਕਾਫੀ ਗੋਰੇ ਬਾਹਰ ਸੜਕਾਂ 'ਤੇ ਵੀ ਖੜ੍ਹੇ ਹੋਏ ਸਨ। ਡੋਮੀਨੀਅਨ ਹਾਲ ਦੀ ਬਾਹਰ ਦੀ ਸਾਰੀ ਸੜਕ ਵੀ ਭਰੀ ਹੋਈ ਸੀ। ਗੋਰੇ ਦਾਰੂ ਪੀ ਕੇ ਖੜਮਸਤੀਆਂ ਕਰ ਰਹੇ ਸਨ, ਹਿੰਦੁਸਤਾਨੀਆਂ ਨੂੰ ਭੈੜੇ ਭੈੜੇ ਸ਼ਬਦ ਬੋਲ ਰਹੇ ਸਨ। ਤਾਂ ਅਚਾਨਕ ਇੱਕ ਚਿੱਟੀ ਪੱਗ ਵਾਲਾ ਉੱਚਾ ਲੰਮਾ ਸਿੱਖ ਹੱਥ ਵਿੱਚ ਖੂੰਡਾ ਫੜੀ ਉੱਧਰੋਂ ਆ ਨਿਕਲਿਆ, ਜਿਸ ਨੂੰ ਦੇਖ ਕੇ ਗੋਰੇ ਮਜ਼ਾਕ ਉਡਾਉਣ ਲੱਗੇ ਅਤੇ ਅਪਸ਼ਬਦ ਬੋਲਣ ਲੱਗੇ। ਗੋਰੇ ਉਸ ਸਿੱਖ ਨੂੰ ਇੰਡੀਅਨ ਸਲੇਵ ਕਹਿ ਕੇ ਮਜ਼ਾਕ ਉਡਾ ਰਹੇ ਸਨ। ਤਾਂ ਸਿੱਖ ਦੀ ਸਿੱਖੀ ਅਣਖ ਜਾਗ ਉੱਠੀ। ਉਹ ਇੱਕ ਉੱਚੀ ਥਾਂ 'ਤੇ ਜਾ ਖਲੋਤਾ ਅਤੇ ਆਪਣੀ ਸੱਜੀ ਬਾਂਹ ਉੱਤੇ ਕਰਕੇ ਅੰਗੂਠੇ ਕੋਲ ਦੀ ਉਂਗਲ ਸਿੱਧੀ ਅੰਗਰੇਜ਼ਾਂ ਵੱਲ ਕਰਕੇ ਉਹਨਾਂ ਗੋਰਿਆਂ ਨੂੰ ਸੰਬੋਧਿਤ ਹੋ ਬੋਲਿਆ, ਵਨ ਵਿਦ ਵਨ ਐਨੀ ਵਨ, ਮਤਲਬ ਇਕੱਲੇ ਨਾਲ ਇਕੱਲਾ ਜਿਹੜਾ ਮਰਜ਼ੀ। ਇਸ ਸਿੱਖ ਨੇ ਜਦੋਂ ਲਲਕਾਰ ਕੇ ਆਖਿਆ ਤਾਂ ਗੋਰੇ ਜਰਕ ਗਏ। ਉਹਨਾਂ ਗੋਰਿਆਂ ਵਿੱਚੋਂ ਕੋਈ ਵੀ ਮਾਈ ਦਾ ਲਾਲ ਮੈਦਾਨ ਵਿੱਚ ਨਾ ਨਿਤਰਿਆ। ਦੋਸਤੋ, ਉਹਨਾਂ ਗੋਰਿਆਂ ਨੂੰ ਲਲਕਾਰੇ ਮਾਰਨ ਵਾਲਾ ਚਿੱਟੀ ਪੱਗ ਵਾਲਾ ਉੱਚੇ ਲੰਮੇ ਕੱਦ ਤੇ ਹੱਥ ਵਿੱਚ ਖੁੰਡੇ ਵਾਲਾ ਇਹ ਸ਼ੇਰ ਦਿਲ ਸਿੱਖ ਕੋਈ ਹੋਰ ਨਹੀਂ ਬਲਕਿ ਜਥੇਦਾਰ ਪ੍ਰਤਾਪ ਸਿੰਘ ਕੋਟ ਫਤੂਹੀ ਹੀ ਸੀ। ਦੋਸਤੋ, ਲਗਭਗ 3000 ਗੋਰਿਆਂ 'ਚ ਇਕੱਲਾ ਖੜ ਕੇ ਉਹਨਾਂ ਨੂੰ ਲਲਕਾਰਨ ਦਾ ਕੰਮ ਕੋਈ ਤਕੜੇ ਦਿਲ ਗੁਰਦੇ ਵਾਲਾ ਬੰਦਾ ਹੀ ਕਰ ਸਕਦਾ ਹੈ। ਸਾਡੇ ਮਹਾਨ ਗਦਰੀ ਯੋਧਿਆਂ ਕਿੰਨੇ ਤਕੜੇ ਜਿਗਰੇ ਵਾਲੇ ਸਨ, ਜੋ ਗੋਰਿਆਂ ਨੂੰ ਉਹਨਾਂ ਦੀ ਜ਼ਮੀਨ ਵਿੱਚ ਹੀ ਲਲਕਾਰਦੇ ਵੀ ਸਨ ਅਤੇ ਉਹਨਾਂ ਦਾ ਮੂੰਹ ਭੰਨਦੇ ਵੀ ਸਨ। ਪਰ ਅਫਸੋਸ, ਸਾਡੀਆਂ ਕਿਤਾਬਾਂ ਵਿੱਚ ਇਹਨਾਂ ਮਹਾਨ ਗਦਰੀ ਯੋਧਿਆਂ ਬਾਰੇ ਇੱਕ ਲੇਖ ਤੱਕ ਨਹੀਂ ਛਾਪਿਆ ਗਿਆ। ਖੈਰ ਦੋਸਤੋ, ਉਸ ਤੋਂ ਬਾਅਦ ਜਦੋਂ ਸਿੰਗਾਪੁਰ ਤੋਂ ਹਿੰਦੁਸਤਾਨ ਪਹੁੰਚੇ ਤਾਂ ਆਪਣੇ ਪਿੰਡ ਜਾਣ ਦੀ ਬਜਾਏ ਇਹ ਸਿੱਧੇ ਅੰਮ੍ਰਿਤਸਰ ਚਲੇ ਗਏ, ਜਿੱਥੇ ਆਪਣੇ ਸਾਥੀ ਭਾਈ ਬਲਵੰਤ ਸਿੰਘ ਨਾਲ ਰਲ ਕੇ ਅੰਗਰੇਜ਼ ਸਰਕਾਰ ਵਿਰੁੱਧ ਪ੍ਰਚਾਰ ਕਰਦੇ ਰਹੇ। ਕੁਝ ਸਮੇਂ ਬਾਅਦ ਭਾਈ ਪ੍ਰਤਾਪ ਸਿੰਘ ਆਪਣੇ ਪਿੰਡ ਕੋਟ ਫਤੂਹੀ ਆ ਗਏ। ਪਰਿਵਾਰ ਦਾ ਮੋਹ ਵੀ ਆਪਣੇ ਅੰਦਰ ਦੇਸ਼ ਭਗਤੀ ਲਈ ਜੋਸ਼ ਨੂੰ ਮੱਠਾ ਨਾ ਪਾ ਸਕਿਆ। ਵੈਨਕੂਵਰ ਤੋਂ ਹਿੰਦੁਸਤਾਨ ਗਏ ਪਿਆਰਾ ਸਿੰਘ ਲੰਗੇਰੀ ਨੂੰ ਪੁਲਿਸ ਨੇ 12 ਅਪ੍ਰੈਲ 1915 ਨੂੰ ਬੰਗਿਆਂ ਲਾਗੇ ਪਿੰਡ ਵਿੰਜੋਂ ਦੇ ਸਾਧ ਤੁਲਸਾ ਦਾਸ ਦੇ ਡੇਰੇ ਵਿੱਚੋਂ ਗ੍ਰਿਫਤਾਰ ਕਰ ਲਿਆ ਸੀ। ਭਾਈ ਪ੍ਰਤਾਪ ਸਿੰਘ ਫਰਜ਼ੀ ਰਿਪੋਰਟ ਦਰਜ ਕਰਵਾਉਣ ਦੇ ਬਹਾਨੇ ਥਾਣੇ ਵਿੱਚ ਪਿਆਰਾ ਸਿੰਘ ਲੰਗੇਰੀ ਨੂੰ ਦੇਖ ਆਏ। ਵਾਪਸ ਪਿੰਡ ਆਉਂਦੇ ਹੀ ਇਹਨਾਂ ਨੂੰ ਭਾਈ ਜਵੰਦ ਸਿੰਘ ਨੰਗਲ ਆ ਕੇ ਮਿਲੇ। ਉਹਨਾਂ ਨਾਲ ਹੋਰ ਗਦਰੀ ਵੀ ਸਨ। ਉਹ ਸਾਧ ਤੁਲਸਾ ਦਾਸ ਨੂੰ ਸੋਧਣਾ ਚਾਹੁੰਦੇ ਸਨ। ਭਾਈ ਪ੍ਰਤਾਪ ਸਿੰਘ ਨੇ ਬਾਕੀ ਗਦਰੀਆਂ ਨੂੰ ਸਮਝਾਇਆ ਕਿ ਪਿਆਰਾ ਸਿੰਘ ਲੰਗੇਰੀ ਦੀ ਗ੍ਰਿਫਤਾਰੀ ਲਈ ਅਸਲ ਜ਼ਿੰਮੇਵਾਰ ਸਾਧ ਤੁਲਸਾ ਦਾਸ ਨਹੀਂ, ਸਗੋਂ ਨੰਗਲ ਕਲਾਂ ਦਾ ਜੈਲਦਾਰ ਚੰਦਾ ਸਿੰਘ ਹੈ। ਵੈਨਕੂਵਰ ਤੋਂ ਗਏ ਭਾਈ ਜਵੰਦ ਸਿੰਘ ਨੰਗਲ ਕਲਾਂ ਈਸ਼ਰ ਸਿੰਘ ਢੁੱਡੀਕੇ ਨੇ 25 ਅਪ੍ਰੈਲ ਵਾਲੇ ਦਿਨ ਜੈਲਦਾਰ ਚੰਦਾ ਸਿੰਘ ਦਾ ਕੰਡਾ ਕੱਢ ਸੁੱਟਿਆ। ਜੈਲਦਾਰ ਦੇ ਕਤਲ ਦੀ ਤਸ਼ਤੀਫ ਦੀ ਡਿਊਟੀ DSP ਕਰਤਾਰ ਸਿੰਘ ਥਾਣੇਦਾਰ ਅਤੇ ਈਸ਼ਰ ਸਿੰਘ ਬਿਲਗੇ ਦੀ ਲੱਗੀ। ਇਹਨਾਂ ਨੇ ਭਾਈ ਪ੍ਰਤਾਪ ਸਿੰਘ ਨੂੰ ਡਰਾਇਆ ਧਮਕਾਇਆ, ਪਰ ਭਾਈ ਪ੍ਰਤਾਪ ਸਿੰਘ ਨੇ ਕੋਈ ਲੜ ਸਿਰਾ ਨਾ ਫੜਾਇਆ। ਹਫ਼ਤੇ ਬਾਅਦ ਭਾਈ ਪ੍ਰਤਾਪ ਸਿੰਘ ਨੂੰ ਥਾਣੇ ਬੁਲਾਇਆ ਅਤੇ ਮੁਰੱਬਿਆਂ ਦੇ ਲਾਲਚ ਦੇਣ ਲੱਗੇ ਤਾਂ ਇਹਨਾਂ ਦਾ ਜਵਾਬ ਸੀ ਕਿ ਮੈਂ ਤੁਹਾਡੇ ਮੁਰੱਬਿਆਂ 'ਤੇ ਥੁੱਕਦਾ ਵੀ ਨਹੀਂ ਹਾਂ। ਖਾਲਸੇ ਦਾ ਧਰਮ ਹੈ ਕਿਰਤ ਕਰਨਾ ਤੇ ਵੰਡ ਛਕਣਾ। DSP ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, ਕਿਹਾ ਕਿ ਇਸ ਨੂੰ ਅੰਦਰ ਲੈ ਜਾਓ ਤੇ ਇਸ ਦੀ ਚੰਗੀ ਤਰ੍ਹਾਂ ਸੇਵਾ ਕਰੋ ਤੇ ਇਸ ਨੂੰ ਅਕਲ ਦਿਓ, ਫਿਰ ਸਾਡੇ ਕੋਲ ਲੈ ਆਓ। ਅਜੇ ਤੱਕ ਇਸ ਨੂੰ ਪੁਲਿਸ ਦੇ ਹੱਥ ਨਹੀਂ ਲੱਗੇ, ਇਹਨੇ ਤਾਂ ਪਹਿਲੀ ਤੌਣੀ ਵਿੱਚ ਹੀ ਮੰਨ ਜਾਣਾ ਹੈ, ਇਸ ਤੋਂ ਚੱਲੀ ਹੀ ਨਹੀਂ ਜਾਣੀ। ਤਾਂ ਭਾਈ ਪ੍ਰਤਾਪ ਸਿੰਘ ਕਹਿਣ ਲੱਗੇ ਕਿ ਮੈਨੂੰ ਪੁਲਿਸ ਦੇ ਕੀ ਹੱਥ ਦਿਖਾਉਣੇ ਹਨ, ਮੈਂ ਤਾਂ ਆਪ ਸਿੰਗਾਪੁਰ 'ਚ ਪੁਲਿਸ ਨੂੰ ਹੱਥ ਦਿਖਾ ਆਇਆ ਹਾਂ। ਇਹਨਾਂ ਨੂੰ ਚੰਗੀ ਤਰ੍ਹਾਂ ਖੂੰਡੇ ਨਾਲ ਖੜਕਾ ਕੇ ਆਇਆ ਹਾਂ। ਸੱਚ ਨਹੀਂ ਆਉਂਦਾ ਤਾਂ ਤਾਰ ਪਾ ਕੇ ਪਤਾ ਕਰ ਲਿਓ। DSP ਤੇ ਥਾਣੇਦਾਰ ਖੁਦ ਡਰਨ ਲੱਗੇ ਕਿ ਕਿਤੇ ਰਾਤ ਨੂੰ ਭਾਈ ਪ੍ਰਤਾਪ ਸਿੰਘ ਉਹਨਾਂ ਦੇ ਗਦਰੀ ਸਾਥੀ ਕਿਤੇ ਇਹਨਾਂ ਦਾ ਹੀ ਕੀਰਤਨ ਸੋਹਲਾ ਨਾ ਪੜ੍ਹ ਦੇਣ। ਪੁਲਿਸ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਚੰਦਾ ਸਿੰਘ ਦੇ ਕਤਲ ਵਿੱਚ ਇਹਨਾਂ ਦਾ ਕੋਈ ਹੱਥ ਨਹੀਂ ਹੈ। ਪੁਲਿਸ ਨੇ ਭਾਈ ਜਵੰਦ ਸਿੰਘ ਨੰਗਲ ਕਲਾਂ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਉਸ 'ਤੇ ਅੰਨਾ ਤਸ਼ੱਦਦ ਕੀਤਾ ਅਤੇ ਨਿੰਦਰਾ ਰੱਖਿਆ ਗਿਆ। ਪੁਲਿਸ ਨੇ ਹੀਰਾ ਸਿੰਘ ਤੋਂ ਭੇਤ ਲੈ ਲਿਆ। ਜਦੋਂ ਪ੍ਰਤਾਪ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਕਿ ਪੁਲਿਸ ਨੇ ਜਵੰਦ ਸਿੰਘ ਦੇ ਭਰਾ ਹੀਰਾ ਸਿੰਘ ਤੋਂ ਸਾਰਾ ਭੇਤ ਕਢਵਾ ਲਿਆ ਹੈ ਤਾਂ ਪ੍ਰਤਾਪ ਸਿੰਘ ਨੇ ਬੰਦਾ ਭੇਜ ਕੇ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਭਾਈ ਜਵੰਦ ਸਿੰਘ ਆਪਣੇ ਸਾਥੀਆਂ ਸਮੇਤ ਆਪਣਾ ਟਿਕਾਣਾ ਦੁਸਾਂਝ ਕਲਾਂ ਲਾਗੇ ਪੈਂਦੇ ਪਿੰਡ ਲੇਲਾਂ ਤੋਂ ਬਦਲ ਕੇ ਕਿਤੇ ਹੋਰ ਕਰ ਲੈਣ। ਪੰਜਾਬ 'ਚ ਆਉਣ ਤੋਂ ਬਾਅਦ ਭਾਈ ਪ੍ਰਤਾਪ ਸਿੰਘ ਦਾ ਜ਼ਿਆਦਾ ਸਮਾਂ ਗੁਰਦੁਆਰਾ ਸੁਧਾਰ ਲਹਿਰ ਨਾਲ ਬੀਤਿਆ।
15-16 ਨਵੰਬਰ 1920 ਨੂੰ 175 ਮੈਂਬਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਭਾਈ ਪ੍ਰਤਾਪ ਸਿੰਘ ਇਸ ਦੇ ਮੁੱਖ ਮੈਂਬਰਾਂ ਵਿੱਚ ਸ਼ਾਮਲ ਸਨ। ਇਸ ਤੋਂ ਬਾਅਦ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਤਾਂ ਭਾਈ ਪ੍ਰਤਾਪ ਸਿੰਘ ਇਸ ਦੇ ਵੀ ਮੁੱਖ ਮੈਂਬਰ ਵਜੋਂ ਸ਼ਾਮਿਲ ਕੀਤੇ ਗਏ। ਆਪ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ ਵੀ ਸਰਬਸੰਮਤੀ ਨਾਲ ਚੁਣਿਆ ਗਿਆ। ਫਿਰ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿੱਚ ਮਹੰਤ ਨਰੈਣ ਦਾਸ ਦੇ ਗੁੰਡਿਆਂ ਵੱਲੋਂ 100 ਤੋਂ ਵੱਧ ਸਿੱਖ ਸ਼ਹੀਦ ਕਰ ਦਿੱਤੇ। ਭਾਈ ਪ੍ਰਤਾਪ ਸਿੰਘ ਪਿੰਡੋਂ ਜੱਥਾ ਲੈ ਕੇ ਨਨਕਾਣਾ ਸਾਹਿਬ ਪੁੱਜੇ ਅਤੇ ਫਿਰ 1 ਮਹੀਨੇ ਬਾਅਦ ਜਦੋਂ ਗੁਰਦੁਆਰੇ ਉੱਤੇ ਸਿੱਖ ਪੰਥ ਦਾ ਕਬਜ਼ਾ ਹੋ ਗਿਆ, ਉਸ ਤੋਂ ਬਾਅਦ ਹੀ ਪਿੰਡ ਵਾਪਸ ਆਏ। ਇਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਅਤੇ ਕੁਰਬਾਨੀਆਂ ਕੀਤੀਆਂ। ਜਥੇਦਾਰ ਪ੍ਰਤਾਪ ਸਿੰਘ ਕਾਨਫਰੰਸਾਂ ਦੇ ਬਾਦਸ਼ਾਹ ਕਰਕੇ ਜਾਣੇ ਜਾਂਦੇ ਸਨ। ਇਹਨਾਂ ਲੋਕਾਂ ਵਿੱਚ ਸਿਆਸੀ ਚੇਤਨਾ ਜਾਗਰਤ ਕਰਨ ਲਈ ਬਹੁਤ ਪਿੰਡਾਂ ਵਿੱਚ ਕਾਨਫਰੰਸਾਂ ਕਰਵਾਈਆਂ। ਇੱਕ ਵਾਰ ਜਦੋਂ ਥਾਣਾ ਮਾਹਲਪੁਰ ਦੇ ਪਿੰਡ ਵਿੱਚ ਕਾਨਫਰੰਸ ਕਰਾਉਣ ਲਈ ਜਦੋਂ ਇੱਥੋਂ ਦੇ ਜੈਲਦਾਰ ਕਰਤਾਰ ਸਿੰਘ ਨੂੰ ਪੁੱਛਿਆ ਤਾਂ ਉਹ ਮੁੱਛ ਨੂੰ ਵੱਟ ਦਿੰਦਾ ਹੋਇਆ ਬੋਲਿਆ ਕਿ ਕਾਨਫਰੰਸ ਤਾਂ ਇੱਕ ਪਾਸੇ ਕੋਈ ਅਕਾਲੀ ਖੰਘ ਵੀ ਨਹੀਂ ਸਕਦਾ। ਭਾਈ ਪ੍ਰਤਾਪ ਸਿੰਘ ਇਸ ਤਰ੍ਹਾਂ ਦੀਆਂ ਚੁਣੌਤੀਆਂ ਤਾਂ ਲੱਭਦੇ ਫਿਰਦੇ ਸਨ। ਉਹਨਾਂ ਨੇ ਪਿੰਡ ਵਿੱਚ ਹੀ ਡੌਂਡੀ ਪਟਵਾ ਦਿੱਤੀ, ਕਾਨਫਰੰਸ ਦਾ ਐਲਾਨ ਕਰ ਦਿੱਤਾ। ਕਾਨਫਰੰਸ ਹੋਈ ਅਤੇ ਹਜ਼ਾਰਾਂ ਲੋਕ ਇਸ ਵਿੱਚ ਸ਼ਾਮਿਲ ਹੋਏ। ਪੁਲਿਸ ਆਲੇ ਦੁਆਲੇ ਘੁੰਮਦੀ ਰਹੀ ਪਰ ਕਿਸੇ ਵੀ ਅਕਾਲੀ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਾ ਕਰ ਸਕੀ। ਭਾਈ ਪ੍ਰਤਾਪ ਸਿੰਘ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਭਰਪੂਰ ਕਾਨਫਰੰਸਾਂ ਕਰਵਾਉਂਦੇ ਰਹੇ। ਉਹਨਾਂ ਦੇ ਅਤੇ ਉਹਨਾਂ ਦੇ ਸਾਥੀਆਂ ਦੇ ਆਸਮਾਨ ਗੁੰਜਾਊ ਜੈਕਾਰਿਆਂ ਨਾਲ ਅੰਗਰੇਜ਼ ਸਰਕਾਰ ਤੇ ਇਸ ਦੇ ਪਿੱਠੂਆਂ ਦੀਆਂ ਕਰਤੂਤਾਂ ਨੂੰ ਨੰਗਿਆਂ ਕੀਤਾ। ਜਥੇਦਾਰ ਸਾਹਿਬ ਨੇ ਆਪਣੇ ਪਿੰਡ ਕੋਟ ਫਤੂਹੀ ਵਿਖੇ 1916 ਤੋਂ 1935 ਤੱਕ ਹਰ ਵਰ੍ਹੇ ਕਾਨਫਰੰਸ ਕਰਵਾਈ। ਇੱਥੇ ਸਿਆਸੀ ਅਤੇ ਧਾਰਮਿਕ ਲੀਡਰ ਬੋਲਿਆ ਕਰਦੇ ਸਨ, ਜਿਨ੍ਹਾਂ ਵਿੱਚ ਬਾਬਾ ਖੜਕ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ, ਗੁਰਮੁਖ ਸਿੰਘ ਮੁਸਾਫਰ, ਬੱਬਰ ਕਿਸ਼ਨ ਸਿੰਘ ਗੜਗੱਜ ਅਤੇ ਤੇਜਾ ਸਿੰਘ ਸੁਤੰਤਰ ਵਰਗੇ ਲੀਡਰ ਇਹਨਾਂ ਕਾਨਫਰੰਸਾਂ 'ਤੇ ਬੋਲੇ ਸਨ। ਫਰਵਰੀ 1922 ਵਿੱਚ ਹੋਈ ਕੋਟ ਫਤੂਹੀ ਦੀ ਕਾਨਫਰੰਸ ਨੇ ਸਾਰੇ ਪੰਜਾਬ ਵਿੱਚ ਧੂਮਾਂ ਮਚਾ ਦਿੱਤੀਆਂ। ਮਾਸਟਰ ਮੋਤਾ ਸਿੰਘ ਨੇ ਅੰਗਰੇਜ਼ ਸਰਕਾਰ ਨੂੰ ਵਕਤ ਪਾਇਆ ਹੋਇਆ ਸੀ। ਸਰਕਾਰ ਨੇ ਮਾਸਟਰ ਮੋਤਾ ਸਿੰਘ ਦੀ ਗ੍ਰਿਫਤਾਰੀ 'ਤੇ ਵੱਡਾ ਇਨਾਮ ਰੱਖਿਆ ਹੋਇਆ ਸੀ। ਜਥੇਦਾਰ ਪ੍ਰਤਾਪ ਸਿੰਘ ਨੇ ਮਾਸਟਰ ਮੋਤਾ ਸਿੰਘ ਦੀ ਕੋਟ ਫਤੂਹੀ ਕਾਨਫਰੰਸ ਵਿੱਚ ਤਕਰੀਰ ਕਰਨ ਦਾ ਐਲਾਨ ਕੀਤਾ ਹੋਇਆ ਸੀ। ਸਰਕਾਰ ਨੇ ਕਾਨਫਰੰਸ ਨੂੰ ਡਰਾਉਣ ਨੂੰ ਡੌਂਡੀ ਪਟਵਾ ਦਿੱਤੀ ਕਿ ਜਿਹੜਾ ਵੀ ਮਾਸਟਰ ਮੋਤਾ ਸਿੰਘ ਦੀ ਤਕਰੀਰ ਸੁਣਨ ਜਾਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸਖਤ ਸਜ਼ਾ ਦਿੱਤੀ ਜਾਵੇਗੀ। ਕਾਨਫਰੰਸ ਫੇਲ ਕਰਨ ਲਈ ਪੁਲਿਸ ਨੇ ਸਕੀਮ ਬਣਾਈ ਕਿ ਕਾਨਫਰੰਸ ਤੋਂ ਪਹਿਲਾਂ ਹੀ ਜਥੇਦਾਰ ਨੂੰ ਗ੍ਰਿਫਤਾਰ ਕਰਕੇ ਕਾਨਫਰੰਸ ਹੋਣ ਤੋਂ ਰੋਕ ਲੈਣਗੇ। ਪਰ ਪੁਲਿਸ ਵਿੱਚ ਆਪਦੇ ਹਮਦਰਦ ਵੀ ਸਨ, ਜਿਨ੍ਹਾਂ ਨੇ ਇਹ ਸਭ ਕੁਝ ਪਹਿਲਾਂ ਹੀ ਭਾਈ ਪ੍ਰਤਾਪ ਸਿੰਘ ਨੂੰ ਦੱਸ ਦਿੱਤਾ ਅਤੇ ਉਸ ਤੋਂ ਬਾਅਦ 25 ਸਿੰਘਾਂ ਦਾ ਜੱਥਾ ਹਮੇਸ਼ਾ ਇਹਨਾਂ ਦੇ ਨਾਲ ਪਹਿਰੇ 'ਤੇ ਲਗਾ ਦਿੱਤਾ ਗਿਆ। ਕਾਨਫਰੰਸ ਵਾਲੇ ਦਿਨ 2000 ਪੁਲਿਸੀਏ ਲਗਾ ਦਿੱਤੇ ਗਏ, ਪਰ ਪਿੰਡ ਦੇ ਇੱਕ ਕਰਕੇ ਪੁਲਿਸ ਦਾ ਕੋਈ ਵੀ ਤੰਬੂ ਪਿੰਡ ਵਿੱਚ ਨਾ ਲੱਗਣ ਦਿੱਤਾ। ਕਾਨਫਰੰਸ ਕਰਕੇ ਪਿੰਡ ਵਿੱਚ ਤੇਲ ਸੁੱਟਣ ਜਿੰਨੀ ਜਗ੍ਹਾ ਵੀ ਨਹੀਂ ਸੀ ਬਚੀ। ਇੰਨਾ ਭਾਰੀ ਇਕੱਠ ਹੋਇਆ। ਸਟੇਜ ਦੇ ਅੱਗੇ 50-60 ਬੱਬਰ ਅਕਾਲੀ 3-3 ਫੁੱਟੀਆਂ ਕਰਵਾਨਾਂ ਸੂਤੀ ਮਰਨ ਮਰਾਉਣ ਲਈ ਤਿਆਰ ਬੈਠੇ ਸਨ। ਪੁਲਿਸ ਘੁੰਮ ਰਹੀ ਸੀ। ਫਿਰ ਜਥੇਦਾਰ ਪ੍ਰਤਾਪ ਸਿੰਘ ਨੇ ਤਕਰੀਰ ਕੀਤੀ ਕਿ ਇਹਨਾਂ ਪੁਲਸੀਆਂ ਨੂੰ ਮੈਂ ਚੇਤਾਵਨੀ ਦਿੰਦਾ ਹਾਂ ਕਿ ਜੇਕਰ ਕਿਸੇ ਬੇਕਸੂਰ 'ਤੇ ਗੋਲੀ ਚੱਲੀ ਜਾਂ ਸ਼ਰਾਰਤ ਕੀਤੀ ਤਾਂ ਇਹਨਾਂ 2000 ਪੁਲਸੀਆਂ ਦੀਆਂ ਬੰਦੂਕਾਂ ਖੋਹ ਕੇ ਇਹਨਾਂ 'ਤੇ ਹੀ ਵਰਤੀਆਂ ਜਾਣਗੀਆਂ। ਇਸ ਨਾਲ ਪੁਲਿਸ ਹੋਰ ਸਹਿਮ ਗਈ। ਜਿਸ ਤਰ੍ਹਾਂ ਐਲਾਨ ਹੋਇਆ ਸੀ, ਮਾਸਟਰ ਮੋਤਾ ਸਿੰਘ ਨੇ ਵੀ ਪੂਰੀ ਜੋਸ਼ੀਲੀ ਤਕਰੀਰ ਕੀਤੀ। ਜੈਕਾਰਿਆਂ ਨਾਲ ਆਸਮਾਨ ਗੂੰਜਣ ਲੱਗਾ। ਮਾਸਟਰ ਮੋਤਾ ਸਿੰਘ ਦੇ ਚੰਗਿਆੜਾਂ ਵਰਗੇ ਬੋਲ ਭਾਂਬੜ ਦਾ ਰੂਪ ਧਾਰਨ ਕਰਨ ਲੱਗੇ। ਲੋਕਾਂ ਦਾ ਜੋਸ਼ ਅਤੇ ਉਤਸ਼ਾਹ ਦੇਖਣ ਵਾਲਾ ਸੀ। ਇਸ ਤਰ੍ਹਾਂ ਦੀਆਂ ਕਈ ਚੁਣੌਤੀ ਭਰੀਆਂ ਕਾਨਫਰੰਸਾਂ ਉਹਨਾਂ ਨੇ ਕਰਵਾਈਆਂ। ਉਹ ਸਿੱਧਾ ਲਲਕਾਰ ਕੇ ਅੰਗਰੇਜ਼ ਸਰਕਾਰ ਨੂੰ ਚੁਣੌਤੀ ਦਿੰਦੇ ਸਨ। ਇਸ ਕਾਨਫਰੰਸ ਤੋਂ ਬਾਅਦ ਉਹਨਾਂ ਨੇ ਹਿਫਾਜ਼ਤ ਨਾਲ ਮਾਸਟਰ ਮੋਤਾ ਸਿੰਘ ਨੂੰ ਬੰਗਿਆਂ ਤੋਂ ਗੱਡੀ ਬਿਠਾਏ ਅਤੇ ਪੁਲਿਸ ਨੇ ਜਦੋਂ ਜੱਥੇ ਵਿੱਚ ਮਾਸਟਰ ਮੋਤਾ ਸਿੰਘ ਨੂੰ ਨਾ ਦੇਖਿਆ ਤਾਂ ਸਾਰੇ ਰਾਹ ਖੋਰੂ ਪਿੱਟਦੀ ਗਈ। ਫਿਰ ਉਹਨਾਂ ਨੇ ਜਦੋਂ ਜਥੇਦਾਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਬਾਹੋਵਾਲ ਨੇੜੇ 4 ਬੱਬਰਾਂ ਨੇ ਟਾਂਗੇ ਨੂੰ ਜਾ ਘੇਰਿਆ ਅਤੇ ਗਰਜਵੀਂ ਆਵਾਜ਼ ਵਿੱਚ ਕਿਹਾ, ਜੇ ਜਾਨ ਦੀ ਖੈਰ ਚਾਹੁੰਦੇ ਹੋ ਤਾਂ ਜਥੇਦਾਰ ਸਾਹਿਬ ਨੂੰ ਇੱਥੇ ਹੀ ਉਤਾਰ ਕੇ ਵਾਪਸ ਚਲੇ ਜਾਓ। ਸਿਪਾਹੀ ਥਰ-ਥਰ ਕੰਬਣ ਲੱਗੇ। ਉਹਨਾਂ ਨੂੰ ਨੌਕਰੀ ਦਾ ਡਰ ਵੀ ਸੀ। ਜਥੇਦਾਰ ਪ੍ਰਤਾਪ ਕਹਿੰਦੇ ਕਿ ਇਹ ਆਪਣੇ ਹੀ ਭਾਈ ਹਨ ਅਤੇ ਇਹਨਾਂ ਦਾ ਕੰਮ ਕਰਨ ਦਿਓ। ਬੱਬਰ ਸਾਹਿਬ, ਮੈਂ ਗ੍ਰਿਫਤਾਰੀ ਆਪਣੀ ਮਰਜ਼ੀ ਨਾਲ ਦਿੱਤੀ ਹੈ, ਨਹੀਂ ਇਹਨਾਂ ਵਿੱਚ ਇੰਨੀ ਹਿੰਮਤ ਨਹੀਂ ਕਿ ਮੈਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਕੇ ਲੈ ਜਾਣ। ਫਿਰ ਜਥੇਦਾਰ ਸਾਹਿਬ ਨੇ ਫਤਿਹ ਬੁਲਾਈ ਅਤੇ ਉਹਨਾਂ ਨੂੰ ਹੁਸ਼ਿਆਰਪੁਰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। ਪੁਲਿਸ ਇਹਨਾਂ 'ਤੇ ਮੁਕੱਦਮਾ ਕਰਨਾ ਚਾਹੁੰਦੀ ਸੀ, ਪਰ ਪੂਰੇ ਦਬਾਬੇ ਵਿੱਚ ਕੋਈ ਵੀ
ਬੰਦਾ ਐਸਾ ਨਹੀਂ ਸੀ ਜੋ ਜਥੇਦਾਰ ਸਾਹਿਬ ਵਿਰੁੱਧ ਗਵਾਹੀ ਦੇਵੇ। ਹੁਸ਼ਿਆਰਪੁਰ ਦਾ ਕਮਿਸ਼ਨਰ ਇਹਨਾਂ ਨੂੰ ਭਰਮਾਉਣ ਲੱਗਾ ਕਿ ਇਸ ਵਿੱਚ ਤੇਰਾ ਕੀ ਫਾਇਦਾ ਹੈ, ਤੂੰ ਲਿਖਤੀ ਮਾफ़ੀ ਮੰਗ ਲੈ ਅਤੇ ਅੱਗੇ ਤੋਂ ਸਰਕਾਰ ਵਿਰੁੱਧ ਪ੍ਰਚਾਰ ਕਰਨ ਤੋਂ ਤੋਬਾ ਕਰ ਲੈ, ਅਸੀਂ ਤੈਨੂੰ ਬਰੀ ਕਰ ਦਿਆਂਗੇ। ਅਤੇ ਜੇ ਇਨਕਾਰੀ ਹੋਇਆ ਤਾਂ ਹੋਰ ਕਈ ਮੁਕੱਦਮੇ ਬਣਨ ਵਾਲੇ ਹਨ। ਸਾਰੀ ਉਮਰ ਜੇਲ੍ਹਾਂ ਵਿੱਚ ਮੁੰਜ ਕੁੱਟਦਾ, ਕਾਗਜ਼ ਘੋਟਦਾ ਅਤੇ ਚੱਕੀਆਂ ਪੀਂਦਾ ਮਰ ਜਾਵੇਂਗਾ। ਜਥੇਦਾਰ ਪ੍ਰਤਾਪ ਸਿੰਘ ਬੋਲੇ ਕਿ ਲਿਖਤੀ ਮਾफ़ੀ ਤਾਂ ਇੱਕ ਪਾਸੇ, ਮੇਰੇ ਤੋਂ ਜ਼ੁਬਾਨੀ ਮਾफ़ੀ ਮੰਗਵਾ ਕੇ ਦਿਖਾ ਦੇਵੋ। ਜੇਲ੍ਹਾਂ ਦੇ ਧੱਕੇ ਤਾਂ ਇੱਕ ਪਾਸੇ ਨੇ, ਜੇ ਮੈਨੂੰ ਆਪਣੀ ਆਸ਼ਾ ਦੀ ਪੂਰਤੀ ਲਈ ਜਹੰਨਮ ਵੀ ਜਾਣਾ ਪਵੇ ਤਾਂ ਮੈਂ ਹੱਸ ਕੇ ਸਵੀਕਾਰ ਕਰਾਂਗਾ। ਉਹਨਾਂ ਵਿਰੁੱਧ ਕੋਈ ਠੋਸ ਸਬੂਤ ਨਾ ਹੋਣ ਕਾਰਨ ਅਤੇ ਨਾ ਹੀ ਕੋਈ ਗਵਾਹ ਮਿਲਣ ਕਾਰਨ 1.5 ਸਾਲ ਦੀ ਕੈਦ ਅਤੇ 500 ਰੁਪਏ ਜੁਰਮਾਨਾ ਹੋਇਆ ਅਤੇ ਭਾਈ ਪ੍ਰਤਾਪ ਸਿੰਘ ਨੇ ਜੁਰਮਾਨਾ ਭਰਨ ਤੋਂ ਮਨ੍ਹਾ ਕਰ ਦਿੱਤਾ। ਇਸ ਕਰਕੇ ਉਹਨਾਂ ਨੂੰ 3 ਮਹੀਨੇ ਹੋਰ ਕੈਦ ਕੱਟਣੀ ਪਈ। ਜਥੇਦਾਰ ਪ੍ਰਤਾਪ ਸਿੰਘ ਕੋਟ ਫਤੂਹੀ ਕੈਦ ਕੱਟ ਕੇ ਦਸੰਬਰ 1923 'ਚ ਕੋਟ ਫਤੂਹੀ ਪੁੱਜੇ। ਅੰਗਰੇਜ਼ ਸਰਕਾਰ ਨਾਭੇ ਦੇ ਰਾਜੇ ਰਿਪੂ ਦਮਨ ਸਿੰਘ ਦੀ ਅਕਾਲੀ ਪ੍ਰਤੀ ਹਮਦਰਦੀ ਤੋਂ ਖਫਾ ਸੀ। 19 ਜੁਲਾਈ 1923 ਨੂੰ ਮਹਾਰਾਜੇ ਨੂੰ ਗੱਦੀਓਂ ਲਾ ਕੇ ਉਸਦੇ ਪੁੱਤਰ ਨੂੰ ਬਿਠਾ ਦਿੱਤਾ ਗਿਆ। ਸਰਕਾਰ ਦੇ ਵਿਰੁੱਧ ਅਕਾਲੀਆਂ ਨੇ ਜੈਤੋ ਵਿਖੇ ਮੋਰਚਾ ਲਗਾ ਦਿੱਤਾ। ਸਰਕਾਰ ਨੇ 12 ਅਕਤੂਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ। ਅਗਲੇ ਦਿਨ ਛਾਪੇ ਮਾਰ ਕੇ ਬਹੁਤ ਸਾਰੇ ਅਕਾਲੀ ਲੀਡਰ ਅਤੇ ਵਰਕਰ ਗ੍ਰਿਫਤਾਰ ਕਰ ਲਏ ਗਏ। ਸ਼੍ਰੋਮਣੀ ਕਮੇਟੀ ਨੇ ਬਾਕੀ ਬਚੇ ਅਕਾਲੀਆਂ ਨੂੰ ਸੁਨੇਹੇ ਭੇਜੇ ਕਿ ਦਿਨ 7 ਜਨਵਰੀ 1924 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੰਗਾਮੀ ਮੀਟਿੰਗ ਹੋਵੇਗੀ। ਜਥੇਦਾਰ ਪ੍ਰਤਾਪ ਸਿੰਘ ਪੌਣੇ 2 ਸਾਲ ਦੀ ਕੈਦ ਕੱਟ ਕੇ 3 ਹਫ਼ਤੇ ਪਹਿਲਾਂ ਹੀ ਪਿੰਡ ਆਏ ਸਨ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ, ਇਸ ਲਈ ਆਪ ਅੰਮ੍ਰਿਤਸਰ ਪੁੱਜੇ। 7 ਜਨਵਰੀ 1924 ਨੂੰ ਅਕਾਲ ਤਖ਼ਤ ਉੱਤੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ। ਪੁਲਿਸ ਨੇ ਚਾਰੇ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਸੀ। ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਜਥੇਦਾਰ ਪ੍ਰਤਾਪ ਸਿੰਘ ਕੋਟ ਫਤੂਹੀ ਅਤੇ ਇਹਨਾਂ ਦੇ 61 ਸਾਥੀ ਅਕਾਲ ਤਖ਼ਤ ਤੋਂ ਹੇਠਾਂ ਉਤਰੇ। ਇਹਨਾਂ ਨੇ ਬਾਹਰ ਘੰਟਾ ਘਰ ਕੋਲ ਜਾ ਕੇ ਗ੍ਰਿਫਤਾਰੀਆਂ ਦੇ ਦਿੱਤੀਆਂ। 2 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਇਹਨਾਂ ਨੂੰ ਫਸਟ ਕਲਾਸ ਮੈਜਿਸਟ੍ਰੇਟ ਹਰਦਿਆਲ ਸਿੰਘ ਦੀ ਅਦਾਲਤ ਵਿੱਚ ਮੁਕੱਦਮਾ ਚਲਾਉਣ ਲਈ ਭੇਜਿਆ ਗਿਆ। ਇਹਨਾਂ ਨੇ ਨਾ ਮਿਲਵਰਤਣ ਕੀਤੀ ਸਰਕਾਰ ਨਾਲ ਅਤੇ ਅਦਾਲਤ ਨਾਲ। ਇਹਨਾਂ ਨੇ ਕੁਝ ਵੀ ਨਾ ਕਿਹਾ। ਮੁਕੱਦਮਾ ਹੋਣ ਤੋਂ ਪਹਿਲਾਂ ਹੀ 2 ਸਾਥੀ ਰਿਹਾ ਕਰ ਦਿੱਤੇ ਗਏ। 55 ਸਾਲ ਤੋਂ ਉੱਪਰ ਵਾਲੇ ਇਹਨਾਂ ਦੇ ਸਾਥੀਆਂ ਨੂੰ ਸਾਲ ਦੀ ਕੈਦ ਹੋਈ ਅਤੇ ਬਾਕੀ ਦੇ ਸਾਥੀਆਂ ਨੂੰ 2 ਸਾਲ ਦੀ ਕੈਦ ਅਤੇ 500 ਰੁਪਏ ਜੁਰਮਾਨਾ ਲਗਾਇਆ ਗਿਆ। ਇਹਨਾਂ ਨੂੰ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ, ਜੋ ਕਿ ਪੰਜਾਬ ਦੀ ਉਸ ਸਮੇਂ ਦੀ ਸਭ ਤੋਂ ਭੈੜੀ ਜੇਲ੍ਹ ਸੀ। ਇਹਨਾਂ 'ਤੇ ਬਹੁਤ ਸਖਤਾਈ ਕੀਤੀ ਗਈ। ਇਹਨਾਂ ਨੂੰ ਚੱਕੀ ਪੀਹਣ ਦੀ ਸਜ਼ਾ ਦਿੱਤੀ ਗਈ। ਜਥੇਦਾਰ ਪ੍ਰਤਾਪ ਸਿੰਘ ਨੂੰ ਰੋਜ਼ਾਨਾ 17 ਸੇਰ ਦਾਣੇ ਪੀਹਣ ਦੀ ਸਜ਼ਾ ਹੋਈ। ਦਾਣੇ ਪੀਹਣ ਦਾ ਕੰਮ ਜਦੋਂ ਪੂਰਾ ਨਾ ਹੁੰਦਾ ਤਾਂ ਬੈਂਤਾਂ ਦੀ ਸਜ਼ਾ ਹੁੰਦੀ ਸੀ। ਇਹਨਾਂ ਉੱਤੇ ਹੋਰ ਸਖਤੀ ਕਰਨ ਕਰਕੇ ਜੇਲ੍ਹ ਦੇ ਅਧਿਕਾਰੀਆਂ ਨੇ ਕਾਗਜ਼ ਘੋਟਣ ਦੇ ਕੰਮ ਉੱਤੇ ਲਗਾ ਦਿੱਤਾ। ਇਹਨਾਂ ਦੇ ਹੱਥ ਅਤੇ ਪੈਰ ਛਾਲਿਆਂ ਨਾਲ ਭਰ ਗਏ। ਛਾਲੇ ਫਿਸ ਕੇ ਜ਼ਖਮ ਬਣ ਗਏ। ਜੇਲ੍ਹ ਅਧਿਕਾਰੀਆਂ ਨੂੰ ਵਹਿਮ ਸੀ ਕਿ ਜਥੇਦਾਰ ਪ੍ਰਤਾਪ ਸਿੰਘ ਤੰਗ ਆ ਕੇ ਮਾफ़ੀ ਮੰਗ ਲੈਣਗੇ, ਪਰ ਇਹਨਾਂ ਨੇ ਅਧਿਕਾਰੀਆਂ ਅੱਗੇ ਗੋਡੇ ਨਾ ਟੇਕੇ, ਸਗੋਂ ਜੇਲ੍ਹ ਦੀਆਂ ਸਖਤਾਈਆਂ ਬੜੇ ਸਿਰੜ ਨਾਲ ਝੱਲੀਆਂ। ਜੇਲ੍ਹ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਉੱਪਰ ਹੋ ਰਹੇ ਜ਼ੁਲਮਾਂ ਦੀਆਂ ਖਬਰਾਂ ਸਾਰੇ ਪੰਜਾਬ ਵਿੱਚ ਫੈਲ ਗਈਆਂ। ਸਰਕਾਰ ਨੇ 45 ਕਮੇਟੀ ਬਣਾਈ। ਪੜਤਾਲ ਹੋਣ 'ਤੇ ਜੇਲ੍ਹ ਅਧਿਕਾਰੀਆਂ ਨੇ ਇਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਕਮੇਟੀ ਅੱਗੇ ਮੂੰਹ ਖੋਲ੍ਹਿਆ ਤਾਂ ਦੇਖਣਾ। ਸਗੋਂ ਬਿਨਾਂ ਡਰ ਦੇ ਜਥੇਦਾਰ ਪ੍ਰਤਾਪ ਸਿੰਘ ਅਤੇ ਇਹਨਾਂ ਦੇ ਸਾਥੀ ਦਾਨ ਸਿੰਘ ਨੇ ਜੇਲ੍ਹ ਵਿੱਚ ਹੋ ਰਹੇ ਜ਼ੁਲਮਾਂ ਦਾ ਭਾਂਡਾ ਕਮੇਟੀ ਅੱਗੇ ਭੰਨ ਦਿੱਤਾ। ਇਸ ਗੱਲੋਂ ਲਾਲ ਪੀਲੇ ਹੋਏ ਅਧਿਕਾਰੀ ਹੋਰ ਸਖਤੀ ਕਰਨ ਲੱਗੇ। ਜਥੇਦਾਰ ਪ੍ਰਤਾਪ ਸਿੰਘ ਦੇ ਪੈਰੀ ਬੇੜੀਆਂ ਪਾ ਕੇ ਅਲੱਗ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ। ਇਹਨਾਂ ਨੇ ਫਿਰ ਵੀ ਗੋਡੇ ਨਾ ਟਿਕੇ। ਅਕਾਲੀਆਂ ਨੂੰ ਸ਼ਾਂਤ ਕਰਨ ਲਈ ਅੰਗਰੇਜ਼ ਸਰਕਾਰ ਨੇ 1925 ਵਿੱਚ ਗੁਰਦੁਆਰਾ ਐਕਟ ਬਣਾ ਦਿੱਤਾ। ਜੇਲ੍ਹ ਵਿੱਚ ਬੰਦ ਸਰਦਾਰ ਬਹਾਦਰ ਮਹਿਤਾਬ ਸਿੰਘ ਧੜੇ ਦੇ 20 ਅਕਾਲੀ ਲੀਡਰਾਂ ਨੂੰ 25 ਜਨਵਰੀ 1926 ਨੂੰ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਹ ਸਰਕਾਰ ਵੱਲੋਂ ਬਣਾਏ ਇਸ ਐਕਟ ਨੂੰ ਕਬੂਲ ਕਰਦੇ ਹਨ। ਇਸ ਤਰ੍ਹਾਂ ਜਥੇਦਾਰ ਪ੍ਰਤਾਪ ਸਿੰਘ ਅਤੇ ਉਹਨਾਂ ਦੇ ਸਾਥੀ ਮਿੱਤ ਸਿੰਘ ਪੰਡੋਰੀ, ਭਾਈ ਪਿਆਰਾ ਸਿੰਘ ਲੰਗੇਰੀ ਸਮੇਤ ਸਰਦਾਰ ਬਹਾਦਰ ਸਿੰਘ ਮਹਿਤਾਬ ਦੇ ਧੜੇ ਦੇ 20 ਅਕਾਲੀ ਲੀਡਰ ਮੁਲਤਾਨ ਜੇਲ੍ਹ ਵਿੱਚੋਂ ਰਿਹਾ ਹੋਏ। ਜੇਲ੍ਹ ਤੋਂ ਬਾਹਰ ਆ ਕੇ ਇਹਨਾਂ ਨੇ ਬੱਬਰ ਅਕਾਲੀਆਂ ਦੇ ਪਰਿਵਾਰੀਆਂ ਨੂੰ ਮਾਇਕ ਸਹਾਇਤਾ ਦੇ ਉਪਰਾਲੇ ਕੀਤੇ। ਬੱਬਰ ਕਿਸ਼ਨ ਸਿੰਘ ਗੜਗੱਜ ਅਤੇ ਉਹਨਾਂ ਦੇ 5 ਸਾਥੀਆਂ ਨੇ 27 ਫਰਵਰੀ 1926 ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕੈਨੇਡੀਅਨ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਹੋਰ ਬਹੁਤ ਸਾਰੇ ਬੱਬਰ ਸ਼ਹੀਦ ਹੋ ਚੁੱਕੇ ਸਨ ਅਤੇ ਬਹੁਤ ਤਾਂ ਜੇਲ੍ਹਾਂ ਵਿੱਚ ਬੰਦ ਸਨ।
ਜਥੇਦਾਰ ਸਾਹਿਬ ਨੇ ਮੀਟਿੰਗ ਬੁਲਾਈ ਅਤੇ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੈਨੇਡਾ ਰਹਿੰਦੇ ਦੇਸ਼ ਭਗਤ ਹਿੰਦੁਸਤਾਨੀਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਬੱਬਰਾਂ ਦੇ ਪਰਿਵਾਰਾਂ ਲਈ ਪੈਸੇ ਇਕੱਠੇ ਕਰਕੇ ਭੇਜਣ। ਪੈਸੇ ਇਕੱਠੇ ਹੋਣ ਤੋਂ ਬਾਅਦ ਜਥੇਦਾਰ ਪ੍ਰਤਾਪ ਸਿੰਘ ਸ਼ਹੀਦ ਹੋ ਚੁੱਕੇ ਅਤੇ ਜੇਲ੍ਹਾਂ ਵਿੱਚ ਬੰਦ ਬੱਬਰ ਦੇ ਪਰਿਵਾਰਾਂ ਵਿੱਚ ਇਹ ਪੈਸੇ ਵੰਡੇ। ਆਨੰਦਪੁਰ ਸਾਹਿਬ ਦੇ ਗੁਰਦੁਆਰੇ 1923 ਦੇ ਸ਼ੁਰੂ ਵਿੱਚ ਸੋਢੀਆਂ ਤੋਂ ਆਜ਼ਾਦ ਕਰਵਾ ਲਏ ਸਨ। ਇਸ ਤੋਂ ਬਾਅਦ ਜਥੇਦਾਰ ਪ੍ਰਤਾਪ ਸਿੰਘ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਲੋਕਲ ਕਮੇਟੀ ਦੇ ਪ੍ਰਧਾਨ ਰਹੇ। ਇਹਨਾਂ ਨੇ ਇਹ ਸੇਵਾ 1 ਸਾਲ ਤੱਕ ਬਿਨਾਂ ਤਨਖਾਹ ਲਏ ਨਿਭਾਈ। ਇਹਨਾਂ ਨੇ 1937 ਅਤੇ 1946 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਬੜਾ ਸਰਗਰਮ ਰੋਲ ਨਿਭਾਇਆ। ਕੈਨੇਡਾ ਤੋਂ ਗਿਆ ਗਦਰੀ ਪਿਆਰਾ ਸਿੰਘ ਲੰਗੇਰੀ 1946 ਦੀ ਚੋਣ ਅਕਾਲੀਆਂ ਵੱਲੋਂ ਲੜਿਆ ਅਤੇ ਜਥੇਦਾਰ ਪ੍ਰਤਾਪ ਸਿੰਘ ਉਸ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੇ ਸਨ ਅਤੇ ਇਹਨਾਂ ਦੀ ਮਿਹਨਤ ਰੰਗ ਲਿਆਈ ਅਤੇ ਭਾਈ ਪਿਆਰਾ ਸਿੰਘ ਲੰਗੇਰੀ ਚੋਣ ਜਿੱਤ ਗਿਆ। ਜਥੇਦਾਰ ਭਾਈ ਪ੍ਰਤਾਪ ਸਿੰਘ ਨੇ ਬਹੁਤ ਮਿਹਨਤ ਕੀਤੀ। ਆਜ਼ਾਦ ਭਾਰਤ ਵਿੱਚ ਜਥੇਦਾਰ ਪ੍ਰਤਾਪ ਸਿੰਘ ਆਪਣੇ ਭਰਾਵਾਂ ਦੇ ਹੱਕਾਂ ਲਈ ਲੜਦੇ ਰਹੇ। ਇਹਨਾਂ ਨੂੰ ਫਿਰ ਵੀ ਜੇਲ੍ਹ ਜਾਣਾ ਪਿਆ। 1955 ਵਿੱਚ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਵਿੱਚ ਆਪ ਪੰਜਾਬ ਸਿੰਘਾਂ ਦਾ ਜੱਥਾ ਲੈ ਕੇ ਗਏ। ਦੂਸਰੀ ਵਾਰ 1960 ਵਿੱਚ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਵਿੱਚ ਇਹ 50 ਸਿੰਘਾਂ ਦਾ ਜੱਥਾ ਫਿਰ ਲੈ ਕੇ ਗਏ। ਬੁੱਢੇ ਵਾਰੇ ਇਹਨਾਂ ਨੂੰ ਹਿਸਾਰ ਜੇਲ੍ਹ ਵਿੱਚ 2.25 ਸਾਲ ਦੀ ਕੈਦ ਕੱਟਣੀ ਪਈ। ਜਥੇਦਾਰ ਪ੍ਰਤਾਪ ਸਿੰਘ ਨੇ ਕੈਨੇਡਾ ਤੋਂ ਜਾ ਕੇ ਆਪਣੇ ਪਿੰਡ ਕੋਟਫਤੂਹੀ ਵਿੱਚ ਲੜਕਿਆਂ ਲਈ ਪ੍ਰਾਈਵੇਟ ਸਕੂਲ ਖੋਲ੍ਹਿਆ ਸੀ, ਜੋ ਬਾਅਦ ਵਿੱਚ ਡਿਸਟ੍ਰਿਕਟ ਬੋਰਡ ਦੇ ਪ੍ਰਬੰਧ ਥੱਲੇ ਚਲਾ ਗਿਆ ਸੀ। ਇਹਨਾਂ ਨੇ ਖਾਲਸਾ ਸਕੂਲ ਜਲੰਧਰ, ਖਾਲਸਾ ਹਾਈ ਸਕੂਲ ਪੁਰਹੀਰਾਂ ਅਤੇ ਖਾਲਸਾ ਕਾਲਜ ਮਾਹਲਪੁਰ ਦੀ ਉਸਾਰੀ ਲਈ ਬਹੁਤ ਸਾਰਾ ਫੰਡ ਇਕੱਠਾ ਕਰਵਾਇਆ ਸੀ। ਬਿਰਧ ਅਵਸਥਾ ਵਿੱਚ ਵੀ ਆਪ ਲੋਕ ਭਲਾਈ ਦੇ ਕੰਮ ਵਿੱਚ ਜੁਟੇ ਰਹੇ। ਆਪ ਥੋੜ੍ਹੇ ਸਮੇਂ ਲਈ ਕੋਟਫਤੂਹੀ ਦੇ ਸਰਪੰਚ ਵੀ ਰਹੇ। ਜਥੇਦਾਰ ਪ੍ਰਤਾਪ ਸਿੰਘ ਨੇ ਦੋਸਤੋ ਕਹਿ ਕੇ ਅੰਗਰੇਜ਼ਾਂ ਦੀ ਬੜੀ ਵਾਰ ਹਿੰਡ ਭੰਨੀ ਸੀ। ਉਹ ਹਰ ਔਕੜ ਅੱਗੇ ਪਰਬਤ ਵਾਂਗ ਖਲੋ ਜਾਂਦੇ ਸਨ। ਇਹਨਾਂ ਗੋਰਿਆਂ ਨੂੰ ਲਲਕਾਰ ਕੇ ਕਾਨਫਰੰਸਾਂ ਕਰਵਾਉਂਦੇ ਅਤੇ ਗਦਰ ਪਾਰਟੀ, ਧਾਰਮਿਕ ਜਥੇਬੰਦੀ ਅਤੇ ਬੱਬਰ ਅਕਾਲੀ ਲਹਿਰ ਦੇ ਮੁੱਖ ਲੀਡਰ ਤਕਰੀਰਾਂ ਕਰਦੇ। ਭਾਈ ਜਥੇਦਾਰ ਪ੍ਰਤਾਪ ਸਿੰਘ ਆਪ ਵੀ ਇੱਕ ਬਹੁਤ ਵਧੀਆ ਅਤੇ ਜੋਸ਼ੀਲੇ ਬੁਲਾਰੇ ਸਨ। ਇਹਨਾਂ ਦੀਆਂ ਤਕਰੀਰਾਂ ਸੁਣ ਲੋਕਾਂ ਦਾ ਜੋਸ਼ ਜਦੋਂ ਠਾਠਾ ਮਾਰਦਾ ਸੀ ਤਾਂ ਸਾਰੀ ਕਾਨਫਰੰਸ ਹੀ ਪੱਬਾਂ 'ਤੇ ਹੋ ਜਾਂਦੀ ਸੀ। ਲੋਕ ਮਰਨ ਮਰਾਉਣ ਤੱਕ ਤਿਆਰ ਹੋ ਜਾਂਦੇ ਸਨ। ਇਹ ਇਸ ਤਰ੍ਹਾਂ ਦੇਸ਼ ਭਗਤੀ ਅਤੇ ਧਾਰਮਿਕ ਵਿਰਤੀ ਪਰ ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਪ੍ਰੇਰਦੇ ਸਨ। ਦੋਸਤੋ, ਇਹ ਗਦਰੀ ਯੋਧੇ ਨੇ ਬਹੁਤ ਮੁਸ਼ਕਿਲਾਂ, ਔਕੜਾਂ, ਦੁੱਖ ਝੱਲੇ ਪਰ ਆਪਣੇ ਅਸੂਲਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਸੀ, ਸਗੋਂ ਦੁਸ਼ਮਣਾਂ ਨੂੰ ਭਾਜੜਾਂ ਪਾਈ ਰੱਖਦੇ ਸਨ। ਇਹਨਾਂ ਨੇ ਖੁੰਡੇ ਨਾਲ ਬਹੁਤ ਸਾਰੇ ਗੋਰੇ ਅਤੇ ਗੱਦਾਰਾਂ ਨੂੰ ਸੋਧਿਆ ਸੀ। ਹਜ਼ਾਰਾਂ ਦੀ ਭੀੜ ਵਿੱਚ ਖੜ ਦੁਸ਼ਮਣਾਂ ਨੂੰ ਲਲਕਾਰਨ ਵਾਲਾ ਇੱਕ ਅਸਲ ਮਰਦ ਤੇ ਸੱਚਾ ਦੇਸ਼ ਭਗਤ ਹੀ ਸੀ। ਆਪਣੀ ਸਾਰੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਲੇਖੇ ਲਾ ਦਿੱਤੀ, ਪਰ ਇਹਨਾਂ ਯੋਧਿਆਂ ਨੂੰ ਕਿਤੇ ਵੀ ਕਿਸੇ ਵੀ ਕਿਤਾਬ ਵਿੱਚ ਸਾਡੀਆਂ ਮਾੜੀਆਂ ਸਰਕਾਰਾਂ ਵੱਲੋਂ ਜਗ੍ਹਾ ਨਹੀਂ ਦਿੱਤੀ ਗਈ। ਜੇਕਰ ਇਹਨਾਂ ਯੋਧਿਆਂ ਦੀ ਸੋਚ 'ਤੇ ਚੱਲਦੇ ਹੁੰਦੇ ਤਾਂ ਸਾਡਾ ਦੇਸ਼ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਤੇ ਮੋਹਰੀ ਹੋਣਾ ਸੀ ਹਰ ਖੇਤਰ ਵਿੱਚ। ਇਹਨਾਂ ਸੂਰਮਿਆਂ ਨੇ ਆਪਣਾ ਫਰਜ਼ ਬਹੁਤ ਖੂਬ ਨਿਭਾਇਆ ਅਤੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ। ਇਸ ਮਹਾਨ ਯੋਧੇ ਨੇ ਥੋੜ੍ਹਾ ਚਿਰ ਬਿਮਾਰ ਰਹਿਣ ਬਾਅਦ 18 ਮਾਰਚ 1978 ਨੂੰ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ। ਇਹਨਾਂ ਨੇ ਬਹੁਤ ਲੰਬੀ ਜ਼ਿੰਦਗੀ ਜਿਉਣੀ ਸੀ। ਇਹਨਾਂ ਦੀ ਉਮਰ 108 ਸਾਲ ਸੀ। ਇਸ ਮਹਾਨ, ਅਣਖੀ, ਸਿਦਕੀ ਅਤੇ ਦਲੇਰ ਯੋਧੇ ਨੂੰ ਸਿਰ ਝੁਕਾ ਕੇ ਕੋਟ-ਕੋਟ ਪ੍ਰਣਾਮ। ਧੰਨਵਾਦ ਦੋਸਤੋ, ਫਿਰ ਮਿਲਾਂਗੇ।